ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕਿੰਨੇ ਹੋ ਚੁੱਕੇ ਨੇ ਕੋਰੋਨਾ ਵਾਇਰਸ ਦੇ ਕੇਸ ਤੇ ਕਿੰਨੇ ਹੋ ਚੁੱਕੇ ਨੇ ਠੀਕ ਤੇ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰ ਬੋਨੀ ਹੈਨਰੀ ਨੇ ਪਹਿਲੀ ਵਾਰ ਦਿੱਤੀ ਹਰ ਖੇਤਰ ਤੋਂ ਕੋਰੋਨਾ ਵਾਇਰਸ ਕੇਸਾਂ ਦੀ ਜਾਣਕਾਰੀ। ਦੱਸਾਂਗੇ ਪੂਰੇ ਅੰਕੜੇ। ਕੈਨੇਡਾ ਰੈਵਨਿਊ ਏਜੰਸੀ ਸ਼ੁਰੂ ਕਰ ਰਹੀ ਹੈ ਗਲਤ ਜਾਣਕਾਰੀ ਦੇ ਕੇ ਕੈਨੇਡਾ ਸਰਕਾਰ ਤੋਂ ਵਿੱਤੀ ਮਦਦ ਲੈਣ ਵਾਲਿਆਂ ਖਿਲਾਫ ਕਾਰਵਾਈ। ਦੱਸਾਂਗੇ ਕਿਵੇਂ ਹਰ ਕੋਈ ਕਰ ਸਕਦਾ ਹੈ ਸ਼ਿਕਾਇਤ ਤੇ ਕਿਵੇਂ ਹੋਵੇਗੀ ਕਾਰਵਾਈ। ਕੋਵਿਡ-19 ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ ਸਿਟੀਜ਼ਨਸ਼ਿਪ ਸੈਰੇਮਨੀਜ਼ ਤੇ ਟੈਸਟ। ਹੁਣ ਦੱਸਾਂਗੇ ਕੈਨੇਡਾ ਕਿਵੇਂ ਸ਼ੁਰੂ ਕਰ ਰਿਹਾ ਹੈ ਸਿਟੀਜ਼ਨਸ਼ਿਪ ਦੇਣੀ। CPA ਕੈਨੇਡਾ ਦੀ ਵੈਬਸਾਈਟ ਤੇ ਹੋਇਆ ਸਾਈਬਰ ਹਮਲਾ। 3 ਲੱਖ ਤੋਂ ਵੱਧ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਬਾਰੇ ਦੱਸਾਂਗੇ। ਮੈਨੀਟੋਬਾ ਵੱਲੋਂ PR ਲਈ ਪ੍ਰੋਵਿੰਸ਼ੀਅਲ ਪ੍ਰੋਗਰਾਮ ਤਹਿਤ 124 ਵਿਅਕਤੀਆਂ ਨੂੰ ਭੇਜਿਆ ਗਿਆ ਇਨਵੀਟੇਸ਼ਨ। ਦੱਸਾਂਗੇ ਕਿੰਨਾ ਰਿਹਾ ਘੱਟੋ-ਘੱਟ ਸਕੋਰ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵਿਕਟੋਰੀਆ ਵਿੱਚ ਬੇਘਰਾਂ ਦੀ ਮਦਦ ਲਈ ਖਰੀਦਿਆ ਇੱਕ ਹੋਰ ਮੋਟਲ। ਦੱਸਾਂਗੇ ਕਿੰਨੀ ਕੀਮਤ ਦੇ ਵਿੱਚ ਲਿਆ ਹੈ ਮੋਟਲ। ਕੁਕਟਲਮ 'ਚ ਇੱਕ ਘਰ ਵਿੱਚੋਂ ਛਾਪੇਮਾਰੀ ਕਰਕੇ ਪੁਲਿਸ ਨੇ ਕੀਤੀਆਂ ਗ੍ਰਿਫਤਾਰੀਆਂ ਤਾਂ ਨਾਲ ਹੀ ਜਾਲੀ ID ਕਾਰਡਸ ਤੇ ਨਾਲ ID ਕਾਰਡ ਬਣਾਉਣ ਦੀਆਂ ਮਸ਼ੀਨਾਂ ਕੀਤੀਆਂ ਜ਼ਬਤ। ਇਸ ਤਰ੍ਹਾਂ ਲਈ ਹੁਣ ਖਬਰਾਂ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਭਰ ਤੋਂ ਅੰਕੜਿਆਂ ਦੇ ਨਾਲ। ਕੈਨੇਡਾ ਭਰ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ 93,726 ਮਾਮਲੇ ਸਾਹਮਣੇ ਆ ਚੁੱਕੇ ਨੇ, ਪਰ 51,739 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। 7637 ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਤੋਂ 7,091 ਮਾਮਲੇ ਸਾਹਮਣੇ ਆਏ ਨੇ। 146 ਮੌਤਾਂ ਹੋਈਆਂ ਨੇ। 611 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2632 ਮਾਮਲੇ ਸਾਹਮਣੇ ਆਏ ਨੇ। 166 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 298 ਮਾਮਲੇ ਸਾਹਮਣੇ ਆਏ ਨੇ। 7 ਮੌਤਾਂ ਹੋਈਆਂ ਨੇ। 284 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨਿਊ ਬਰੰਸਵਿਕ ਤੋਂ 136 ਮਾਮਲੇ ਸਾਹਮਣੇ ਆਏ ਨੇ। 1 ਮੌਤ ਹੋਈ ਹੈ ਤੇ 120 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨਿਊਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ ਨੇ। 3 ਮੌਤਾਂ ਹੋਈਆਂ ਨੇ। 256 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਨੋਵਾ ਸਕੋਸ਼ੀਆ ਤੋਂ 1058 ਮਾਮਲੇ ਸਾਹਮਣੇ ਆਏ ਨੇ। 61 ਮੌਤਾਂ ਹੋਈਆਂ ਨੇ। 995 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਓਨਟਾਰੀਓ ਤੋਂ 29,403 ਮਾਮਲੇ ਸਾਹਮਣੇ ਆਏ ਨੇ। 2419 ਮੌਤਾਂ ਹੋਈਆਂ ਨੇ। 23,208 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ ਨੇ ਤੇ 27 ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਕਿਊਬੈਕ ਤੋਂ 52,143 ਮਾਮਲੇ ਸਾਹਮਣੇ ਆਏ ਨੇ। 4,885 ਮੌਤਾਂ ਹੋਈਆਂ ਨੇ ਤੇ 17,336 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਸਸਕੈਚਵਨ ਤੋਂ 648 ਮਾਮਲੇ ਸਾਹਮਣੇ ਆਏ ਨੇ। 11 ਮੌਤਾਂ ਹੋਈਆਂ ਨੇ ਤੇ 608 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਨੇ ਤੇ 5 ਹੀ ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ ਤੇ 11 ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਹੁਣ ਖਬਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੰਕੜਿਆਂ ਦੇ ਬਾਰੇ। ਦਰਅਸਲ ਵੱਖੋ ਵੱਖਰੇ ਸੂਬੇ ਹੁਣ ਤੱਕ ਸੂਬਿਆਂ ਦੇ ਵਿੱਚ ਆਖਿਰ ਕਿਹੜੇ ਸ਼ਹਿਰਾਂ ਤੋਂ ਕਿਹੜੀਆਂ ਥਾਵਾਂ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਸੰਬੰਧੀ ਜਾਣਕਾਰੀ ਦੇ ਰਹੇ ਸਨ। ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰ ਬੋਨੀ ਹੈਨਰੀ ਨੇ ਅੱਜ ਪਹਿਲੀ ਵਾਰ ਖੇਤਰਾਂ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਖਿਰ ਕਿਹੜੀ ਥਾਂ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਨੇ ਜ਼ਿਆਦਾ ਤੇ ਕਿੱਥੇ ਕਿੰਨੀਆਂ ਜ਼ਿਆਦਾ ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਪਹਿਲੀ ਵਾਰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਕਿ ਆਖਿਰ ਸੂਬੇ ਵਿੱਚ ਕਿਹੜੀਆਂ ਥਾਵਾਂ ਤੋਂ ਕਿੰਨੇ ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆਏ। ਇਸ ਸੰਬੰਧੀ ਜਦੋਂ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਉਸ ਦੇ ਵਿੱਚ ਦੱਸਿਆ ਕਿ ਫਰੇਜ਼ਰ ਈਸਟ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿਸ ਵਿੱਚ ਐਬਸਫਰਡ, ਚਲਾਵੈਕ ਤੇ ਹੋਰ ਭਾਈਚਾਰੇ ਮਿਸ਼ਨ ਤੋਂ ਲੈ ਕੇ ਹੋਪ ਦੇ ਦਰਮਿਆਨ ਆਉਂਦੇ ਨੇ, ਜਿੱਥੇ ਕਿ ਉੱਥੋਂ ਦੀ ਆਬਾਦੀ ਦੇ ਹਿਸਾਬ ਨਾਲ ਔਸਤਨ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆਏ, ਜਿੱਥੇ 367 ਮਾਮਲੇ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ 2597 ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚੋਂ ਸਨ, ਉਹ ਇਸੇ ਖੇਤਰ ਦੇ ਵਿੱਚ ਪਾਏ ਗਏ, ਜੋ ਕਿ ਜਨਵਰੀ 22 ਤੋਂ ਲੈ ਕੇ ਮਈ 31 ਤੱਕ ਪਾਏ ਗਏ। ਤੇ ਇਸ ਦੇ ਵਿੱਚ 1/3 ਹਿੱਸਾ ਮਿਸ਼ਨ ਇੰਸਟੀਟਿਊਸ਼ਨ ਆਊਟਬ੍ਰੇਕ ਦਾ ਸੀ। ਮਿਸ਼ਨ ਦੀ ਉਹ ਜੇਲ੍ਹ ਜਿਸ ਦੇ ਵਿੱਚ ਕੈਦੀਆਂ ਦਰਮਿਆਨ ਤੇ ਕਾਮਿਆਂ ਦਰਮਿਆਨ ਕੋਰੋਨਾ ਵਾਇਰਸ ਫੈਲਿਆ, ਕਿਉਂਕਿ ਸਿਰਫ ਉੱਥੇ ਤੋਂ ਹੀ 132 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆਏ। ਇਸ ਤੋਂ ਇਲਾਵਾ ਲੋਅਰ ਮੇਨਲੈਂਡ ਤੋਂ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਉਸ ਦੇ ਵਿੱਚ ਖੇਤਰ ਆਉਂਦੇ ਨੇ ਫਰੇਜ਼ਰ ਹੈਲਥ ਅਥਾਰਟੀ, ਵੈਨਕੂਵਰ ਕੋਸਟਲ ਹੈਲਥ
ਤੇ ਉੱਥੇ ਵੀ ਕਰੋਨਾ ਵਾਇਰਸ ਦੇ ਕਾਫੀ ਗਿਣਤੀ ਦੇ ਵਿੱਚ ਮਾਮਲੇ ਪਾਏ ਗਏ ਤੇ ਇਹਨਾਂ ਥਾਵਾਂ ਦੇ ਉੱਤੇ ਸਭ ਤੋਂ ਜ਼ਿਆਦਾ ਆਊਟਬ੍ਰੇਕ ਸਾਹਮਣੇ ਆਏ, ਯਾਨੀ ਕਿ ਕਿਸੇ ਇੱਕ ਥਾਂ ਦੇ ਉੱਤੇ ਕਰੋਨਾ ਵਾਇਰਸ ਦਾ ਫੈਲ ਜਾਣਾ, ਜਿਸ ਦੇ ਵਿੱਚ ਲੰਮੇ ਚਿਰ ਤੋਂ ਜਿੱਥੇ ਸੀਨੀਅਰ ਰਹਿੰਦੇ ਸਨ ਉਹ ਥਾਵਾਂ ਜਾਂ ਹਸਪਤਾਲ ਜਾਂ ਫਿਰ ਵੱਖੋ ਵੱਖਰੇ ਬਿਜ਼ਨਸ ਲੋਅਰ ਮੇਨਲੈਂਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਹਮਣੇ ਆਏ ਜਿੱਥੇ ਆਊਟਬ੍ਰੇਕ ਹੋਏ। ਇਸ ਦੇ ਨਾਲ ਹੀ 2 ਅਜਿਹੀਆਂ ਥਾਵਾਂ ਜਿਵੇਂ ਲੈਂਗਲੀ ਲੌਜ ਤੇ ਲਿਨ ਵੈਲੀ ਕੇਅਰ ਹੋਮ, ਇਹਨਾਂ ਥਾਵਾਂ ਤੋਂ ਹੀ 100 ਮੌਤਾਂ ਦੇ ਮਾਮਲੇ ਸਾਹਮਣੇ ਆ ਗਏ। ਇਸ ਦੇ ਨਾਲ ਹੀ ਅੰਕੜਿਆਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵੱਖੋ ਵੱਖਰੇ ਖੇਤਰ ਜਿਵੇਂ ਕੂਟਨੀ ਬਾਉਂਡਰੀ ਦਾ ਖੇਤਰ ਹੈ ਜੋ ਉੱਥੇ 12 ਹੁਣ ਤੱਕ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਨਾਰਥ ਵੈਸਟ ਤੋਂ 14 ਮਾਮਲੇ ਸਾਹਮਣੇ ਆਏ ਨੇ ਤੇ ਨਾਰਥ ਈਸਟ ਤੋਂ ਵੀ 14 ਮਾਮਲੇ ਸਾਹਮਣੇ ਆਏ ਨੇ। ਤਾਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੈਨਕੂਵਰ ਆਈਲੈਂਡ ਦੇ ਉੱਤੇ ਜਿੱਥੇ ਇਸ ਸਮੇਂ ਸਿਰਫ ਇੱਕ ਕਰੋਨਾ ਵਾਇਰਸ ਦਾ ਕੇਸ ਐਕਟਿਵ ਹੈ, ਪਰ ਉੱਥੇ ਤੋਂ ਹੁਣ ਤੱਕ 68 ਮਾਮਲੇ ਸਾਹਮਣੇ ਆਏ ਨੇ ਜੋ ਕਿ ਸੈਂਟਰਲ ਵੈਨਕੂਵਰ ਆਈਲੈਂਡ ਰੀਜਨ ਦੇ ਦਰਮਿਆਨ ਸਨ। ਇਸ ਦੇ ਨਾਲ ਹੀ ਓਕਾਨਾਗਨ ਤੋਂ 97 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਹ ਸਾਰੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਅੱਜ ਸਾਂਝੀ ਕੀਤੀ ਗਈ। ਅਗਲੀ ਖਬਰ ਹੈ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਵਿੱਤੀ ਮਦਦ ਦੇ ਨਾਲ ਸੰਬੰਧਿਤ। ਦਰਅਸਲ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਸਰਕਾਰ ਤੋਂ ਜਿਹੜੀ ਵਿੱਤੀ ਮਦਦ ਲਈ ਜਾ ਰਹੀ ਹੈ ਉਸ ਦੇ ਵਿੱਚ ਜਿਨ੍ਹਾਂ ਨੇ ਵੀ ਆਪਣੀ ਗਲਤ ਜਾਣਕਾਰੀ ਭਰ ਕੇ ਇਸ ਸੰਬੰਧੀ ਅਪਲਾਈ ਕੀਤਾ ਹੈ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਵੇਗੀ। ਤਾਂ ਇਸੇ ਸੰਬੰਧੀ ਹੁਣ ਉਹ ਕਾਰਵਾਈ ਹੋਣੀ ਸ਼ੁਰੂ ਵੀ ਹੋ ਗਈ ਹੈ, ਜਿਸ ਦੇ ਵਿੱਚ CRA ਨੇ ਆਪਣੀ ਵੈਬਸਾਈਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ। ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਉਹਨਾਂ ਲੋਕਾਂ ਦੇ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਜਿਨ੍ਹਾਂ ਦੇ ਬਾਰੇ ਕੋਈ ਜਾਣਦਾ ਹੋਵੇ ਕਿ ਉਹਨਾਂ ਨੇ ਸਰਕਾਰ ਦੇ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਬੰਧੀ ਵੈਬਸਾਈਟ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਕਿਸੇ ਵਿਅਕਤੀ ਨੂੰ ਜਾਣਦਾ ਹੈ ਕਿ ਉਸਨੇ ਗਲਤ ਜਾਣਕਾਰੀ ਦੇ ਕੇ CERB ਜਾਂ ਫਿਰ ਹੋਰ ਕੋਈ ਵੀ ਵਿੱਤੀ ਤੌਰ ਦੇ ਉੱਤੇ ਮਦਦ ਸਰਕਾਰ ਤੋਂ ਲਈ ਹੈ ਜਿਹੜੇ ਇਸ ਸਮੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ, ਤਾਂ ਉਸ ਦੇ ਬਾਰੇ ਸ਼ਿਕਾਇਤ ਦੇ ਸਕਦਾ ਹੈ। ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਸਨਿਚ ਲਾਈਨ ਦੇ ਤਹਿਤ ਟਿਪਸ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ। ਦਰਅਸਲ ਇਹ ਇੱਕ ਨੈਸ਼ਨਲ ਲੀਡਸ ਪ੍ਰੋਗਰਾਮ ਹੈ ਜਿਸ ਨੂੰ ਕਿ ਵੈਬਸਾਈਟ ਦੇ ਉੱਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ CERB ਯਾਨੀ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ, CESB ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ, CEWS ਕੈਨੇਡਾ ਐਮਰਜੈਂਸੀ ਵੇਜ ਸਬਸਿਡੀ, ਇਹਨਾਂ ਪ੍ਰੋਗਰਾਮਸ ਦੇ ਤਹਿਤ ਜੇਕਰ ਕਿਸੇ ਵੱਲੋਂ ਗਲਤ ਜਾਣਕਾਰੀ ਦੇ ਕੇ ਸਰਕਾਰ ਤੋਂ ਵਿੱਤੀ ਮਦਦ ਲਈ ਗਈ ਹੈ ਤੇ ਜੇਕਰ ਕੋਈ ਵਿਅਕਤੀ ਅਜਿਹੇ ਵਿਅਕਤੀ ਨੂੰ ਜਾਣਦਾ ਹੈ ਜਿਸ ਦੇ ਵੱਲੋਂ ਫਰਾਡ ਕੀਤਾ ਗਿਆ ਹੋਵੇ ਤਾਂ ਉਸ ਦੇ ਬਾਰੇ CRA ਨੂੰ ਜਾਣਕਾਰੀ ਦੇ ਸਕਦਾ ਹੈ ਤੇ ਇਹ ਜਾਣਕਾਰੀ ਦੇਣ ਦੇ ਲਈ ਉਹਨਾਂ ਦੀ ਵੈਬਸਾਈਟ ਦੇ ਉੱਤੇ ਉੱਪਰ ਹੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ ਨੈਸ਼ਨਲ ਲੀਡਸ ਪ੍ਰੋਗਰਾਮ ਉਹ ਹੈ ਜਿਸ ਤਹਿਤ ਜੇਕਰ ਕਿਸੇ ਵੀ ਬਿਜ਼ਨਸ ਦੇ ਵੱਲੋਂ ਜਾਂ ਕਿਸੇ ਵੀ ਵਿਅਕਤੀ ਵੱਲੋਂ ਸਰਕਾਰ ਦੇ ਨਾਲ ਧੋਖਾਧੜੀ ਨਾਲ ਪੈਸੇ ਠੱਗਣ ਜਾਂ ਫਿਰ ਟੈਕਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਸੰਬੰਧੀ ਜਾਣਕਾਰੀ ਤੇ ਉਸ ਸੰਬੰਧੀ ਸ਼ਿਕਾਇਤਾਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਨੇ। ਜਿਵੇਂ ਕੋਈ ਵਪਾਰ ਸਿਰਫ ਇਸ ਕਰਕੇ ਆਪਣੇ ਆਪ ਨੂੰ ਘਾਟੇ 'ਚ ਜਾਂਦਾ ਦਿਖਾ ਦਿੰਦਾ ਹੈ ਤਾਂ ਕਿ ਉਸ ਨੂੰ ਟੈਕਸ ਤੋਂ ਛੋਟ ਮਿਲ ਜਾਵੇ, ਜਾਂ ਫਿਰ ਜੇਕਰ ਕੋਈ ਸਿਰਫ ਕੈਸ਼ ਲੈ ਕੇ ਆਪਣੇ ਬਿਜ਼ਨਸ ਨੂੰ ਚਲਾ ਰਿਹਾ ਹੈ ਕਿ ਉਸ ਦੇ ਵੱਲੋਂ ਦਿਖਾਇਆ ਨਹੀਂ ਜਾਂਦਾ ਕਿ ਕਿੰਨਾ ਪੈਸਾ ਉਸ ਦੇ ਵੱਲੋਂ ਕਮਾਇਆ ਜਾਂਦਾ ਹੈ ਤੇ ਟੈਕਸ ਦੇ ਵਿੱਚ ਠੱਗੀ ਕੀਤੀ ਜਾਂਦੀ ਹੈ ਸਰਕਾਰ ਦੇ ਨਾਲ, ਉਸ ਵਾਸਤੇ ਨੈਸ਼ਨਲ ਲੀਡਸ ਪ੍ਰੋਗਰਾਮ ਹੈ ਜਿਸ ਦੇ ਵਿੱਚ ਲੀਡਸ ਦਿੱਤੀਆਂ ਜਾਂਦੀਆਂ ਨੇ, ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਆਧਾਰ ਤੇ ਅੱਗੇ ਜਾਂਚ ਹੁੰਦੀ ਹੈ। ਪਰ ਹੁਣ ਇਹਨਾਂ ਪ੍ਰੋਗਰਾਮਸ ਦੇ ਬਾਰੇ ਜੋ ਵਿੱਤੀ ਮਦਦ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਸੀ ਤੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਜਿਹੜੇ ਵੀ ਵਿਅਕਤੀਆਂ ਦੇ ਵੱਲੋਂ ਗਲਤ ਜਾਣਕਾਰੀ ਦੇ ਕੇ ਸਰਕਾਰ ਵੱਲੋਂ ਵਿੱਤੀ ਮਦਦ ਲਈ ਗਈ ਹੈ ਉਹਨਾਂ ਦੇ ਉੱਤੇ ਜਲਦ ਕਾਰਵਾਈ ਵੀ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ। ਉਸੇ ਤਹਿਤ ਇਹ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ CRA ਵੱਲੋਂ ਜਾਂਚ ਸ਼ੁਰੂ ਕੀਤੀ ਜਾਵੇਗੀ ਕਿ ਕਿਸੇ ਵੀ ਵਿਅਕਤੀ ਨੇ ਮੂਰਖ ਬਣਾ ਕੇ ਪੈਸੇ ਨਾ ਠੱਗੇ ਹੋਣ। ਇੱਥੇ ਜ਼ਿਕਰਯੋਗ ਹੈ ਕਿ CRA ਆਪਣੇ ਪੱਧਰ ਦੇ ਉੱਤੇ ਵੀ ਇਸ ਸੰਬੰਧੀ ਜਾਂਚ ਸ਼ੁਰੂ ਕਰੇਗਾ, ਪਰ ਜੇਕਰ ਕਿਸੇ ਦੀ ਸ਼ਿਕਾਇਤ ਆਉਂਦੀ ਹੈ ਤੇ ਜਾਣਕਾਰੀ ਉਹਨਾਂ ਕੋਲ ਪਹਿਲਾਂ ਹੀ ਸਾਹਮਣੇ ਆ ਜਾਂਦੀ ਹੈ ਕਿ ਆਹ ਵਿਅਕਤੀ ਦੇ ਵੱਲੋਂ ਠੱਗੀ ਮਾਰੀ ਗਈ ਹੈ ਤੇ ਗਲਤ ਜਾਣਕਾਰੀ ਸਾਂਝੀ ਕਰਕੇ ਸਰਕਾਰ ਤੋਂ ਪੈਸੇ ਠੱਗੇ ਗਏ ਨੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਵੇਗੀ। ਤੇ ਇਸ ਦੇ ਉੱਤੇ ਪਹਿਲਾਂ ਵੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਜਾ ਚੁੱਕੀ ਹੈ ਕਿ ਇਸ ਕਾਰਵਾਈ ਦੇ ਵਿੱਚ ਕਈ ਗੁਣਾ ਹੋ ਕੇ ਉਸ ਰਕਮ ਦੀ ਵਾਪਸੀ ਤੇ ਨਾਲ ਹੀ ਹੋਰ ਕਈ ਚੀਜ਼ਾਂ ਸ਼ਾਮਲ ਨੇ ਜਿਹੜੀਆਂ ਕਿ ਹੋ ਸਕਦੀਆਂ ਨੇ। ਹੁਣ ਇਹ ਦੇਖਣਾ ਹੋਵੇਗਾ ਕਿ ਆਖਿਰ ਅਜਿਹੇ ਵਿਅਕਤੀਆਂ ਦੇ ਉੱਤੇ ਕਿਹੜੀ ਕਾਰਵਾਈ ਹੁੰਦੀ ਹੈ ਜਿਨ੍ਹਾਂ ਨੇ ਸਰਕਾਰ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਉਹਨਾਂ ਦੇ ਬਾਰੇ ਜਿਹੜੇ ਕਿ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਵਾਸਤੇ ਉਡੀਕ ਕਰ ਰਹੇ ਸਨ, ਜਿਨ੍ਹਾਂ ਦੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼ ਵੀ ਹੋਣ ਵਾਲੀਆਂ ਸੀ ਪਰ COVID-19 ਦੇ ਕਰਕੇ ਸਭ ਕੁਝ ਖਰਾਬ ਹੋ ਗਿਆ
ਤੇ ਇਸ ਸਮੇਂ ਕਈ ਅਜਿਹੇ ਵੀ ਨੇ ਜਿਹੜੇ ਕਿ ਸਿਟੀਜ਼ਨਸ਼ਿਪ ਦਾ ਟੈਸਟ ਦੇਣ ਦੇ ਵਾਸਤੇ ਉਡੀਕ ਕਰ ਰਹੇ ਨੇ। ਇਸ ਸੰਬੰਧੀ ਵੀ ਦਰਅਸਲ ਸਰਕਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਟੀਜ਼ਨਸ਼ਿਪ ਸੈਰੇਮਨੀਜ਼ ਵਰਚੁਅਲ ਹੋਣਗੀਆਂ, ਯਾਨੀ ਕਿ ਆਨਲਾਈਨ ਹੀ ਸੈਰੇਮਨੀਜ਼ ਹੋਣਗੀਆਂ, ਜਿਸ ਦੇ ਬਾਰੇ ਸਕੈਜੂਅਲ ਇਸ ਨੂੰ ਕਰਨਾ ਸ਼ੁਰੂ ਕੀਤਾ ਜਾਵੇਗਾ। ਯਾਨੀ ਕਿ ਸਭ ਨੂੰ ਜਿਨ੍ਹਾਂ ਦੇ ਸਿਟੀਜ਼ਨਸ਼ਿਪ ਸੈਰੇਮਨੀਜ਼ ਦੇ ਵਿੱਚ ਸਹੁੰ ਚੁੱਕਣੀ ਹੈ, ਜਿਨ੍ਹਾਂ ਨੇ, ਉਹਨਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜਲਦ ਹੀ ਉਹਨਾਂ ਨੂੰ ਈਮੇਲਸ ਦੇ ਰਾਹੀਂ ਜਾਂ ਹੋਰ ਤਰੀਕੇ ਨਾਲ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਦੇ ਵਿੱਚ ਉਹ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਹੁਣ ਇਸ ਸੈਰੇਮਨੀ ਨੂੰ ਨੇਪਰੇ ਚੜ੍ਹਾਇਆ ਜਾਵੇਗਾ। ਆਨਲਾਈਨ ਉਹ ਇਕੱਠੇ ਹੋਣਗੇ ਤੇ ਉਸ ਦੇ ਉੱਤੇ ਸਹੁੰ ਚੁਕਾਈ ਜਾਵੇਗੀ ਤੇ ਇਸ ਦੇ ਨਾਲ ਹੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ CBC ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ, ਜਿਸ ਵਿੱਚ ਉਹਨਾਂ ਨੇ ਕਾਫੀ ਅਜਿਹੇ ਵਿਅਕਤੀਆਂ ਦੀਆਂ ਇੰਟਰਵਿਊਜ਼ ਵੀ ਕੀਤੀਆਂ ਨੇ, ਜਿਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਨੇ ਕਿ ਕਿਸ ਤਰ੍ਹਾਂ ਉਹ ਕਾਫੀ ਜ਼ਿਆਦਾ ਉਤਸੁਕਤਾ ਦੇ ਨਾਲ ਉਡੀਕ ਕਰ ਰਹੇ ਸਨ ਕਿ ਸਿਟੀਜ਼ਨਸ਼ਿਪ ਸੈਰੇਮਨੀ ਹੋਵੇਗੀ ਤੇ ਉਹਨਾਂ ਨੂੰ ਕੈਨੇਡਾ ਦੇ ਸਿਟੀਜ਼ਨ ਬਣਨ ਦਾ ਮੌਕਾ ਜੋ ਲੰਮੇ ਚਿਰ ਤੋਂ ਉਡੀਕ ਰਹੇ ਸੀ ਉਹ ਜਲਦ ਮਿਲੇਗਾ। ਪਰ ਮਾਰਚ 14 ਨੂੰ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ। ਅਜਿਹੀਆਂ ਸੈਰੇਮਨੀਜ਼ ਤੇ ਟੈਸਟ ਰੱਦ ਕਰ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਇਹਨਾਂ ਸਮਿਆਂ ਦੇ ਦਰਮਿਆਨ ਜਿਨ੍ਹਾਂ ਦੀਆਂ ਤਰੀਕਾਂ ਸਨ ਕਿ ਸੈਰੇਮਨੀਜ਼ ਦੇ ਦੌਰਾਨ ਉਹਨਾਂ ਨੂੰ ਸਹੁੰ ਚੁੱਕਣੀ ਸੀ ਉਹਨਾਂ ਨੇ ਤੇ ਸਰਟੀਫਿਕੇਟ ਮਿਲਣੇ ਸਨ, ਉਹਨਾਂ ਦੇ ਚਾਅ ਜਿਹੜੇ ਉਹ ਅਧੂਰੇ ਰਹਿ ਗਏ। ਪਰ ਹੁਣ ਅੱਗੇ ਵੀ ਇਹੋ ਫਿਲਹਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸੰਬੰਧੀ ਸਮਾਂ ਬੰਨ੍ਹਿਆ ਜਾਵੇਗਾ ਤੇ ਉਸ ਸਮੇਂ ਮੁਤਾਬਕ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਆਨਲਾਈਨ ਹੁਣ ਇਹ ਸੈਰੇਮਨੀਜ਼ ਹੋਣਗੀਆਂ ਤੇ ਆਨਲਾਈਨ ਹੀ ਸਰਟੀਫਿਕੇਟ ਵੀ ਦਿੱਤੇ ਜਾਣਗੇ। ਅਗਲੀ ਖਬਰ ਹੈ ਕਿ ਵੱਖੋ ਵੱਖਰੀਆਂ ਕੰਪਨੀਆਂ ਤੋਂ ਕੈਨੇਡਾ ਦੇ ਵਿੱਚ ਕਈ ਵਾਰ ਮਾਮਲੇ ਸਾਹਮਣੇ ਆਏ ਨੇ ਕਿ ਸਾਈਬਰ ਅਟੈਕ ਹੋਇਆ ਹੈ ਜਾਂ ਡਾਟਾ ਹੈਕ ਹੋ ਗਿਆ ਜਾਂ ਜਾਣਕਾਰੀ ਲੀਕ ਹੋ ਗਈ, ਉਸ ਦੀ ਗਲਤ ਵਰਤੋਂ ਵੀ ਹੋਈ। ਤਾਂ ਇਸੇ ਸੰਬੰਧੀ ਹੁਣ CPA ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 3 ਲੱਖ ਤੋਂ ਵੱਧ ਉਹਨਾਂ ਦੇ ਨਾਲ ਜੁੜੇ ਜਿਹੜੇ ਕਾਮੇ ਨੇ ਉਹਨਾਂ ਦਾ ਡਾਟਾ ਚੋਰੀ ਹੋਇਆ ਹੋ ਸਕਦਾ ਹੈ। ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ ਆਫ ਕੈਨੇਡਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਵੈਬਸਾਈਟ ਦੇ ਉੱਤੇ ਸਾਈਬਰ ਅਟੈਕ ਹੋਇਆ ਹੈ, ਜਿਸ ਦੇ ਨਾਲ ਨਿੱਜੀ ਜਾਣਕਾਰੀ ਚੋਰੀ ਹੋਈ ਹੈ, ਜਿਸ ਦੇ ਵਿੱਚ 3,29,000 ਮੈਂਬਰ ਤੇ ਸਟੇਕ ਹੋਲਡਰ ਨੇ ਉਹਨਾਂ ਦੀ ਜਾਣਕਾਰੀ ਗਈ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜਿਸ ਦੇ ਲਈ ਆਰਗੇਨਾਈਜੇਸ਼ਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਿੱਜੀ ਜਾਣਕਾਰੀ ਦੇ ਵਿੱਚ ਉਹਨਾਂ ਦੇ ਨਾਮ, ਪਤੇ, ਈਮੇਲਸ ਤੇ ਇੰਪਲੋਇਰਸ ਦੇ ਨਾਮ ਸ਼ਾਮਲ ਨੇ ਤੇ ਨਾਲ ਹੀ ਪਾਸਵਰਡ ਤੇ ਕ੍ਰੈਡਿਟ ਕਾਰਡ ਨੰਬਰ ਨੇ ਜੋ ਉਹਨਾਂ ਦੇ ਉੱਤੇ ਪ੍ਰੋਟੈਕਸ਼ਨ ਲਗਾਈ ਹੋਈ ਸੀ, ਜਿਸ ਕਰਕੇ ਉਹਨਾਂ ਦਾ ਬਚਾਅ ਹੋਇਆ ਹੈ। ਪਰ ਇਸ ਸੰਬੰਧੀ ਦੱਸਿਆ ਗਿਆ ਹੈ ਕਿ ਜਿਵੇਂ ਕਿ ਉਹਨਾਂ ਕੋਲ ਨਾਮ, ਪਤੇ ਤੇ ਈਮੇਲਸ ਚਲੀਆਂ ਗਈਆਂ ਨੇ ਤਾਂ ਹੋ ਸਕਦਾ ਹੈ ਈਮੇਲਸ ਦੇ ਜ਼ਰੀਏ ਹੁਣ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਧਾਰ ਕੇ ਫਰਾਡ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਨ੍ਹਾਂ ਦੇ ਪਤੇ ਉਹਨਾਂ ਦੇ ਕੋਲ ਮੌਜੂਦ ਨੇ, ਜਿਸ ਕਰਕੇ CPA ਨੇ ਇਸ ਸੰਬੰਧੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿੰਨੇ ਵੀ ਉਹਨਾਂ ਦੇ ਮੈਂਬਰ ਇਸ ਨਾਲ ਪ੍ਰਭਾਵਿਤ ਹੋਏ ਨੇ ਸਭ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਨੂੰ ਲੁੱਟਣ ਦੇ ਵਾਸਤੇ ਮੂਰਖ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਉਹ ਆਪਣਾ ਕੋਈ ਵੀ ਡਾਟਾ ਕਿਸੇ ਦੇ ਨਾਲ ਸਾਂਝਾ ਨਾ ਕਰਨ ਤੇ ਨਾ ਹੀ ਕਿਸੇ ਅਜਿਹੇ ਫਰਾਡ ਈਮੇਲ ਦੇ ਉੱਤੇ ਯਕੀਨ ਕਰਨ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕਾਫੀ ਵੱਡੀਆਂ ਕੰਪਨੀਆਂ ਦੇ ਵੈਬਸਾਈਟਸ ਦੇ ਉੱਤੇ ਸਾਈਬਰ ਅਟੈਕ ਹੋਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨਸ ਦਾ ਡਾਟਾ ਚੋਰੀ ਹੋਇਆ ਹੈ ਤੇ ਇਸੇ ਦੇ ਆਧਾਰ ਦੇ ਉੱਤੇ ਫਰਾਡ ਵੀ ਇਸ ਸਮੇਂ ਲਗਾਤਾਰ ਜਾਰੀ ਨੇ, ਕਿਉਂਕਿ ਵੱਡੀਆਂ ਕੰਪਨੀਆਂ ਜਿਵੇਂ ਲਾਈਫ ਲੈਬਸ, ਕ੍ਰੈਡਿਟ ਯੂਨੀਅਨ, ਡਿਸਜਾਰਡਿਨਸ ਅਜਿਹੀਆਂ ਕੰਪਨੀਆਂ ਦੇ ਉੱਤੇ ਸਾਈਬਰ ਅਟੈਕ ਹੋਏ ਨੇ, ਜਿਨ੍ਹਾਂ ਦੇ ਕੋਲ ਕੈਨੇਡੀਅਨਸ ਦੇ ਸਿਹਤ ਨੂੰ ਲੈ ਕੇ ਵੀ ਤੇ ਹੋਰ ਜਿਹੜੀ ਨਿੱਜੀ ਜਾਣਕਾਰੀ ਉਹ ਵੀ ਮੌਜੂਦ ਸੀ, ਜਿਸ ਦੀ ਵਰਤੋਂ ਹੈਕਰਸ ਦੇ ਵੱਲੋਂ ਗਲਤ ਕੰਮਾਂ ਦੇ ਵਾਸਤੇ ਕੀਤੀ ਜਾਂਦੀ ਹੈ, ਜਿਸ ਨਾਲ ਹੁਣ ਤੱਕ 19 ਮਿਲੀਅਨ ਤੋਂ ਵੱਧ ਕੈਨੇਡੀਅਨ ਪ੍ਰਭਾਵਿਤ ਹੋ ਚੁੱਕੇ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਮੈਨੀਟੋਬਾ ਦੇ ਵਿੱਚ ਅੱਜ ਇੱਕ ਡਰਾਅ ਨਿਕਲਿਆ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਤਹਿਤ, ਜਿਸ ਵਿੱਚ 124 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਮੈਨੀਟੋਬਾ ਵਿੱਚ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਤਹਿਤ ਜੂਨ 4 ਯਾਨੀ ਕਿ ਅੱਜ ਡਰਾਅ ਕੱਢਿਆ ਗਿਆ। ਐਕਸਪ੍ਰੈਸ਼ਨ ਆਫ ਇੰਟਰਸਟ ਦਾ ਇਹ ਜੋ ਡਰਾਅ ਕੱਢਿਆ ਗਿਆ, ਇਸ ਦੇ ਨਾਲ ਹੁਣ ਤੱਕ 91 ਡਰਾਅ ਮੈਨੀਟੋਬਾ ਦੇ ਵਿੱਚੋਂ ਕੱਢੇ ਜਾ ਚੁੱਕੇ ਨੇ। ਅੱਜ ਦੇ ਕੱਢੇ ਗਏ ਡਰਾਅ ਦੇ ਵਿੱਚ 124 ਪ੍ਰਵਾਸੀਆਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਤਹਿਤ ਇਨਵੀਟੇਸ਼ਨ ਭੇਜੇ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ PR ਦਿੱਤੀ ਜਾਵੇਗੀ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਜਿਸ ਨੂੰ ਕਿ ਲੈਟਰਸ ਆਫ ਐਡਵਾਈਸ ਟੂ ਅਪਲਾਈ ਯਾਨੀ ਕਿ LLAs ਵੀ ਕਿਹਾ ਜਾਂਦਾ ਹੈ, ਇਸ ਦੇ ਆਧਾਰ ਦੇ ਉੱਤੇ ਸਕਿਲਡ ਵਰਕਰਸ ਇਨ ਮੈਨੀਟੋਬਾ ਜਿਹੜੇ ਕਾਮਿਆਂ ਦਾ ਮੈਨੀਟੋਬਾ ਦੇ ਵਿੱਚ ਕੰਮ ਕਰਨ ਦਾ ਅਨੁਭਵ ਸੀ, ਉਹਨਾਂ ਦੇ ਵਿੱਚ 84 ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ। ਸਕਿਲਡ ਵਰਕਰਸ ਓਵਰਸੀਜ਼ ਜਿਹੜੇ ਪ੍ਰਵਾਸੀ ਕਾਮੇ ਨੇ ਮੈਨੀਟੋਬਾ ਦੇ ਬਾਹਰਲੇ ਮੁਲਕਾਂ ਤੋਂ ਨੇ, ਉਹਨਾਂ ਦੇ ਵਿੱਚ 21 ਜਣਿਆਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ ਤੇ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਇਸ ਦੇ ਤਹਿਤ 19 ਜਣਿਆਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ।
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮੈਨੀਟੋਬਾ ਦੇ ਵਿੱਚ ਹੁਣ ਤੱਕ 2020 ਦੇ ਦਰਮਿਆਨ 2154 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ। ਮੈਨੀਟੋਬਾ ਵਿੱਚ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਤਹਿਤ ਜੋ ਡਰਾਅ ਕੱਢਿਆ ਜਾਂਦਾ ਹੈ ਉਸ ਦੇ ਵਿੱਚ ਕੁੱਲ 1000 ਪੁਆਇੰਟ ਹੁੰਦੇ ਨੇ ਤੇ ਇਸ ਦੇ ਵਿੱਚ ਜੇਕਰ ਸਕਿਲਡ ਵਰਕਰਸ ਜਿਨ੍ਹਾਂ ਦਾ ਮੈਨੀਟੋਬਾ ਦੇ ਵਿੱਚ ਕੰਮ ਕਰਨ ਦਾ ਅਨੁਭਵ ਸੀ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਘੱਟੋ ਘੱਟ ਸਕੋਰ 523 ਤੱਕ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਓਵਰਸੀਜ਼ ਨੇ ਪ੍ਰਵਾਸੀ ਕਾਮੇ ਨੇ ਉਹਨਾਂ ਦਾ ਘੱਟੋ ਘੱਟ ਸਕੋਰ 703 ਤੱਕ ਗਿਆ। ਇਸ ਦੇ ਵਿੱਚ ਦੋ ਵੱਖੋ ਵੱਖਰੀਆਂ ਕੈਟਾਗਰੀਜ਼ ਹੁੰਦੀਆਂ ਨੇ, ਸਕਿਲਡ ਵਰਕਰਸ ਓਵਰਸੀਜ਼ ਤੇ ਸਕਿਲਡ ਵਰਕਰਸ ਮੈਨੀਟੋਬਾ। ਸਕਿਲਡ ਵਰਕਰਸ ਓਵਰਸੀਜ਼ ਉਹ ਹੁੰਦੇ ਨੇ ਜਿਹੜੇ ਬਾਹਰਲੇ ਮੁਲਕਾਂ ਤੋਂ ਆਉਂਦੇ ਨੇ ਤੇ ਉਹ ਸਕੋਰ ਇਸ ਦੇ ਵਿੱਚ ਆਪਣਾ ਪੂਰਾ ਕਰਦੇ ਨੇ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਤੇ ਮੈਨੀਟੋਬਾ ਦੀ ਲੇਬਰ ਮਾਰਕੀਟ ਦੇ ਵਿੱਚ ਕੰਮ ਕਰਨ ਦੇ ਵਾਸਤੇ ਆਪਣੀ ਯੋਗਤਾ ਨੂੰ ਸਿੱਧ ਕਰਦੇ ਨੇ। ਤੇ ਸਕਿਲਡ ਵਰਕਰਸ ਇਨ ਮੈਨੀਟੋਬਾ ਇਹ ਉਹ ਨੇ ਜਿਨ੍ਹਾਂ ਦਾ ਮੈਨੀਟੋਬਾ ਦੇ ਵਿੱਚ ਹੀ ਪਹਿਲਾਂ ਹੀ ਕੰਮ ਕਰਨ ਦਾ ਅਨੁਭਵ ਹੈਗਾ ਜਿਨ੍ਹਾਂ ਕੋਲ। ਤੇ ਤੀਜੇ ਉਹ ਆਉਂਦੇ ਨੇ ਜੋ ਇੰਟਰਨੈਸ਼ਨਲ ਐਜੂਕੇਸ਼ਨ ਯਾਨੀ ਕਿ ਜਿਹੜੇ ਪੜ੍ਹਾਈ ਦੇ ਆਧਾਰ ਦੇ ਉੱਤੇ ਆਪਣੇ ਨੰਬਰ ਪੂਰੇ ਕਰਦੇ ਨੇ ਤੇ ਉਹਨਾਂ ਦਾ ਫਿਰ ਡਰਾਅ ਦੇ ਵਿੱਚ ਨੰਬਰ ਆਉਂਦਾ ਹੈ। ਇਹ ਖਬਰ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਇੱਕ ਹੋਰ ਮੋਟੈਲ ਵਿਕਟੋਰੀਆ ਦੇ ਵਿੱਚ ਖਰੀਦ ਲਿਆ ਹੈ ਜੋ ਕਿ ਬੇਕਰਾਂ ਦੀ ਮਦਦ ਦੇ ਵਾਸਤੇ ਖਰੀਦਿਆ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪੌਲਸ ਮੋਟਰ ਇਨ ਮੋਟੈਲ ਨੂੰ ਖਰੀਦ ਲਿਆ ਹੈ ਜੋ ਕਿ ਡਗਲਸ ਸਟਰੀਟ ਦੇ ਉੱਤੇ ਮੌਜੂਦ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ BC ਹਾਊਸਿੰਗ ਮਿਨਿਸਟਰ ਸੈਲੀਨਾ ਰੋਬਿਨਸਨ ਨੇ ਦੱਸਿਆ, ਜਿਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਵਾਸਤੇ ਖਾਸ ਤੌਰ ਦੇ ਉੱਤੇ ਕੋਵਿਡ-19 ਦੌਰਾਨ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਤੇ ਸੁਰੱਖਿਅਤ ਰੱਖਣ ਦੇ ਲਈ ਇਹ ਉਪਰਾਲੇ ਕੀਤੇ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਹੋਟਲ ਖਰੀਦਿਆ ਜਾ ਚੁੱਕਿਆ ਹੈ ਤੇ ਹੁਣ ਪੌਲਸ ਮੋਟੈਲ ਨੂੰ ਖਰੀਦ ਲਿਆ ਗਿਆ ਜਿਸ ਦੇ ਵਿੱਚ 75 ਕਮਰੇ ਨੇ ਤੇ ਕਰੀਬ 50 ਸਾਲ ਪੁਰਾਣਾ ਹੈਗਾ ਇਹ। ਦਰਅਸਲ ਅਪ੍ਰੈਲ ਵਿੱਚ ਇਸ ਦੇ 35 ਕਮਰਿਆਂ ਨੂੰ ਲੀਜ਼ ਤੇ ਲਿਆ ਸੀ ਤਾਂ ਕਿ ਆਰਜ਼ੀ ਤੌਰ ਦੇ ਉੱਤੇ ਬੇਕਰਾਂ ਦੀ ਮਦਦ ਵਾਸਤੇ ਉਪਰਾਲੇ ਕੀਤੇ ਜਾ ਸਕਣ, ਪਰ ਹੁਣ ਇਸ ਨੂੰ ਖਰੀਦ ਲਿਆ ਗਿਆ ਜਿਸ ਸੰਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਕੋਆਰਡੀਨੇਟਡ ਐਕਸੈਸ ਤੇ ਅਸੈਸਮੈਂਟ ਪ੍ਰੋਸੈਸ ਦੇ ਤਹਿਤ ਚੁਣਿਆ ਜਾਵੇਗਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੋਟੈਲ ਦੇ ਵਿੱਚ ਰੱਖਿਆ ਜਾਵੇਗਾ, ਜਿੱਥੇ ਕਿ ਉਹਨਾਂ ਨੂੰ ਵੱਖੋ ਵੱਖਰੇ ਕਮਰੇ ਦਿੱਤੇ ਜਾਣਗੇ, ਜਦ ਕਿ ਜੋੜਿਆਂ ਨੂੰ ਇੱਕ ਕਮਰਾ ਤੇ ਹੋਰ ਜਿਹੜੇ ਇਕੱਲੇ ਰਹਿੰਦੇ ਨੇ ਹਰ ਇੱਕ ਨੂੰ ਇੱਕ ਕਮਰਾ ਮੋਟੈਲ ਦੇ ਵਿੱਚ ਦਿੱਤਾ ਜਾਵੇਗਾ। ਇਸ ਮੋਟੈਲ ਨੂੰ ਖਰੀਦਣ ਵਾਸਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ $15 ਮਿਲੀਅਨ ਦਾ ਖਰਚਾ ਕੀਤਾ ਜਿਸ ਦੀ ਇਮਾਰਤ 1900 ਡਗਲਸ ਸਟਰੀਟ ਦੇ ਉੱਤੇ ਮੌਜੂਦ ਹੈ ਤੇ ਇਸ ਤੋਂ ਪਹਿਲਾਂ $18.5 ਮਿਲੀਅਨ ਵਿੱਚ ਦ ਕੰਫਰਟ ਇਨ ਨੂੰ ਵੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਖਰੀਦਿਆ ਜਾ ਚੁੱਕਿਆ ਹੈ। ਕੋਕਟਲਮ RCMP ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੇ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਿਸ ਦੇ ਬਾਰੇ ਪਹਿਲਾਂ ਵੀ ਉਹਨਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਨੇ ਤੇ ਜਿਸ ਦੇ ਬਾਰੇ ਜਾਂਚ ਵੀ ਉਹ ਪਹਿਲਾਂ ਕਈ ਵਾਰ ਕਰ ਚੁੱਕੇ ਨੇ ਤੇ ਹੁਣ ਜਾਂਚ ਦੇ ਦੌਰਾਨ ਉਸ ਘਰ ਦੇ ਵਿੱਚੋਂ ਗ੍ਰਿਫਤਾਰੀਆਂ ਤਾਂ ਹੋਈਆਂ ਹੀ, ਸਗੋਂ ਨਾਲ ਹੀ ਪੁਲਿਸ ਨੂੰ ਉੱਥੇ ਤੋਂ ਜਾਲੀ ਆਈਡੀ ਕਾਰਡ ਬਣਾਉਣ ਦੇ ਵਾਸਤੇ ਵਰਤੀ ਜਾ ਰਹੀ ਮਸ਼ੀਨ ਤੇ ਹੋਰ ਕਾਫੀ ਸਮਾਨ ਵੀ ਮਿਲਿਆ। ਕੋਕਟਲਮ RCMP ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਯੂਨੀਫਾਰਮਡ ਕ੍ਰਾਈਮ ਰਿਡਕਸ਼ਨ ਯੂਨਿਟ ਤੇ ਨਾਲ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਐਮਰਜੈਂਸੀ ਰਿਸਪੌਂਸ ਟੀਮ ਦੇ ਵੱਲੋਂ ਮਿਲ ਕੇ ਇੱਕ ਘਰ ਦੀ ਜਾਂਚ ਕੀਤੀ ਗਈ ਤੇ ਉਸ ਘਰ ਦੀ ਜਾਂਚ ਇਸੇ ਸਾਲ ਦੇ ਵਿੱਚ 50 ਵਾਰ ਕੀਤੀ ਜਾ ਚੁੱਕੀ ਹੈ। ਫਿਰ ਬੇਸ਼ੱਕ ਉਹ ਘਰ ਦੇ ਵਿੱਚ ਜਾ ਕੇ ਕੀਤੀ ਗਈ ਹੋਵੇ ਜਾਂ ਫਿਰ ਉਸ ਨਾਲ ਸੰਬੰਧਿਤ ਫਾਈਲਾਂ ਦੀ ਜਾਂਚ ਕੀਤੀ ਗਈ ਹੋਵੇ। 200 ਬਲਾਕ ਕਿੰਗ ਸਟਰੀਟ ਕੋਕਟਲਮ ਦੇ ਵਿੱਚ ਇਹ ਘਰ ਮੌਜੂਦ ਹੈ ਜਿਸ ਦੇ ਬਾਰੇ ਵਾਰੰਟ ਜਾਰੀ ਹੋਏ ਸਨ ਤੇ ਉਸ ਤੋਂ ਬਾਅਦ ਜਾਂਚ ਕੀਤੀ ਗਈ। ਜਾਂਚ ਕਰਨ ਦੇ ਵਾਸਤੇ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਐਮਰਜੈਂਸੀ ਟੀਮ ਦੇ ਵੱਲੋਂ ਪਹਿਲਾਂ ਘਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਗਿਆ ਤਾਂ ਕਿ ਜਦੋਂ ਅਧਿਕਾਰੀ ਅੰਦਰ ਜਾਣ ਤਾਂ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ। 3 ਜੂਨ ਨੂੰ ਸ਼ਾਮੀ 5 ਵਜੇ ਦੇ ਬਾਅਦ ਇਸ ਜਾਂਚ ਨੂੰ ਕੀਤਾ ਗਿਆ ਤੇ ਜਿਸ ਲਈ ਜਾਣਕਾਰੀ ਦਿੱਤੀ ਗਈ ਕਿ ਕੁਝ ਘੰਟੇ ਤੋਂ ਬਾਅਦ ਪੁਲਿਸ ਨੇ 3 ਪੁਰਸ਼ 1 ਔਰਤ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਾਲ ਹੀ ਇੱਕ 35 ਸਾਲਾ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਉੱਤੇ 2 ਪਹਿਲਾਂ ਵਾਰੰਟ ਵੀ ਨਿਕਲੇ ਹੋਏ ਸਨ ਤੇ ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਪੁਲਿਸ ਨੂੰ ਘਰ ਦੇ ਵਿੱਚੋਂ ਇੱਕ ਜ਼ਿਪ ਗਨ ਮਿਲੀ ਤੇ ਨਾਲ ਹੀ ਇੱਕ ਚਾਕੂ ਮਿਲਿਆ ਜਿਸ ਦੇ ਉੱਤੇ ਰੋਕ ਲੱਗੀ ਹੋਈ ਹੈ ਜੋ ਗੈਰ ਕਾਨੂੰਨੀ ਸੀ। ਵੱਡੀ ਗਿਣਤੀ ਦੇ ਵਿੱਚ ਚੋਰੀ ਕੀਤੇ ਹੋਏ ID ਕਾਰਡ ਮਿਲੇ ਤੇ ਨਾਲ ਹੀ ਚੋਰੀ ਕੀਤੀਆਂ ਹੋਈਆਂ ਚਿੱਠੀਆਂ ਤੇ ਨਾਲ ਹੀ ਹੋਰ ਚੋਰੀ ਦਾ ਸਮਾਨ ਵੀ ਪੁਲਿਸ ਨੂੰ ਮਿਲਿਆ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਬਣਾਉਣ ਵਾਲੀ ਮਸ਼ੀਨ ਵੀ ਮਿਲੀ ਤੇ ਨਾਲ ਹੀ ਹੋਰ ਸਮਾਨ ਮਿਲਿਆ ਜਿਸ ਦੇ ਨਾਲ ਜਾਲੀ ID ਕਾਰਡ ਬਣਾਏ ਜਾਂਦੇ ਸਨ। ਇਸ ਨਾਲ ਹੀ ਪੁਲਿਸ ਨੇ ਕਿਹਾ ਕਿ ਉਹ ਅਗਲੇ ਪੜਾਅ ਦੇ ਵਿੱਚ ਮਾਮਲੇ ਦੀ ਜਾਂਚ ਕਰ ਰਹੇ ਨੇ ਜਿਸ ਦੇ ਵਿੱਚ ਉਹ ਹੋਰ ਜ਼ਿਆਦਾ ਸਬੂਤ ਇਕੱਠੇ ਕਰ ਰਹੇ ਨੇ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਕੋਕਟਲਮ ਬਾਇਲੋ ਇਨਫੋਰਸਮੈਂਟ ਵੀ ਇਸ ਦੇ ਨਾਲ ਜਾਂਚ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਲਈ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਨੌਨ ਐਮਰਜੈਂਸੀ ਨੰਬਰ 604 945 1550 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
ਕੈਨੇਡਾ ਭਰ ਵਿੱਚ ਕੋਵਿਡ-19 ਨਾਲ ਸੰਬੰਧਿਤ ਕਿਵੇਂ ਦੇ ਫੈਸਲੇ ਲਏ ਗਏ, ਕੈਨੇਡਾ ਸਰਕਾਰ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ, ਆਖਿਰ ਪਹਿਲਾ ਕੇਸ ਕੋਵਿਡ-19 ਦਾ ਕਦੋਂ ਸਾਹਮਣੇ ਆਇਆ ਤੇ ਆਖਿਰ ਪਹਿਲੀ ਮੌਤ ਕਦੋਂ ਹੋਈ, ਇਸ ਸੰਬੰਧੀ ਪੂਰੀ ਰਿਪੋਰਟ ਇੱਕ ਸਾਂਝੀ ਕੀਤੀ ਗਈ ਹੈ। ਉਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਦਸੰਬਰ 2019 ਤੋਂ ਲੈ ਕੇ ਅਪ੍ਰੈਲ ਦੇ ਅੰਤ ਤੱਕ ਦੀ ਕਿ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਕੋਵਿਡ-19 ਦਾ ਪਸਾਰਾ ਹੋਇਆ ਤੇ ਇਸ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਕਿਹੜੇ ਕਦਮ ਚੁੱਕੇ ਗਏ ਨੇ। ਤੇ ਇਸ ਸਾਰੀ ਰਿਪੋਰਟ ਦੇ ਬਾਰੇ ਜਾਣਕਾਰੀ ਟੀਵੀ ਪੰਜਾਬ ਦੇ ਵੱਖੋ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸਾਂਝੀ ਕੀਤੀ ਗਈ ਹੈ, ਤੁਸੀਂ ਉੱਥੇ ਦੇਖ ਸਕਦੇ ਹੋ। ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 25 ਜਨਵਰੀ ਨੂੰ ਕੈਨੇਡਾ ਵਿੱਚ ਪਹਿਲਾ ਕੇਸ ਆਇਆ ਸੀ ਕੋਵਿਡ-19 ਦਾ। ਇਸ ਤਰ੍ਹਾਂ ਲਈ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਸਰੀ ਵਾਸੀਆਂ ਦੇ ਵਾਸਤੇ ਹੈ। ਸਰੀ ਦੇ ਵਿੱਚ ਇੱਕ ਨਵਾਂ ਸਕੂਲ ਖੁੱਲ੍ਹੇਗਾ ਤੇ ਉਸ ਦੇ ਬਾਰੇ ਅੱਜ ਜਾਣਕਾਰੀ ਸਿੱਖਿਆ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ। As we all know, and as Ginny said, Surrey has grown rapidly in the past decade, and we've been working hard to build capacity in local schools so that fewer children are spending their days and their learning careers in portables. When we do get back to normal, we want every student learning in positive, engaging learning environments no matter where they go to school. And that brings me to why I'm speaking to you today. I am very, very pleased to be able to announce an additional $57 million announcement for a brand new 655-seat elementary school in Sunnyside Heights, a 195-seat addition at White Rock Elementary, and a 190-seat addition at Morgan Elementary. With these projects now approved, there are nearly 8,700 new student seats opening in the Surrey School District between September 2018 and 2023. This is the equivalent of eliminating 350 portables throughout the Surrey School District. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੋਂ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕਿੰਨੇ ਹੋ ਚੁੱਕੇ ਨੇ ਕਰੋਨਾ ਵਾਇਰਸ ਦੇ ਕੇਸ ਤੇ ਕਿੰਨੇ ਹੋ ਚੁੱਕੇ ਨੇ ਠੀਕ ਤੇ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰ ਬੋਨੀ ਹੈਨਰੀ ਨੇ ਪਹਿਲੀ ਵਾਰ ਦਿੱਤੀ ਹਰ ਖੇਤਰ ਤੋਂ ਕਰੋਨਾ ਵਾਇਰਸ ਕੇਸਾਂ ਦੀ ਜਾਣਕਾਰੀ, ਦੱਸਾਂਗੇ ਪੂਰੇ ਅੰਕੜੇ। ਕੈਨੇਡਾ ਰੈਵਨਿਊ ਏਜੰਸੀ ਸ਼ੁਰੂ ਕਰ ਰਹੀ ਹੈ ਗਲਤ ਜਾਣਕਾਰੀ ਦੇ ਕੇ ਕੈਨੇਡਾ ਸਰਕਾਰ ਤੋਂ ਵਿੱਤੀ ਮਦਦ ਲੈਣ ਵਾਲਿਆਂ ਖਿਲਾਫ ਕਾਰਵਾਈ, ਦੱਸਾਂਗੇ ਕਿਵੇਂ ਹਰ ਕੋਈ ਕਰ ਸਕਦਾ ਸ਼ਿਕਾਇਤ ਤੇ ਕਿਵੇਂ ਹੋਵੇਗੀ ਕਾਰਵਾਈ। ਕੋਵਿਡ-19 ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ ਸਿਟੀਜ਼ਨਸ਼ਿਪ ਸੈਰੇਮਨੀਜ਼ ਤੇ ਟੈਸਟ, ਹੁਣ ਦੱਸਾਂਗੇ ਕੈਨੇਡਾ ਕਿਵੇਂ ਸ਼ੁਰੂ ਕਰ ਰਿਹਾ ਹੈ ਸਿਟੀਜ਼ਨਸ਼ਿਪ ਦੇਣੀ। CPA ਕੈਨੇਡਾ ਦੀ ਵੈਬਸਾਈਟ ਤੇ ਹੋਇਆ ਸਾਈਬਰ ਹਮਲਾ, 3 ਲੱਖ ਤੋਂ ਵੱਧ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਬਾਰੇ ਦੱਸਾਂਗੇ। ਮੈਨੀਟੋਬਾ ਵੱਲੋਂ PR ਲਈ ਪ੍ਰੋਵਿੰਸ਼ੀਅਲ ਪ੍ਰੋਗਰਾਮ ਤਹਿਤ 124 ਵਿਅਕਤੀਆਂ ਨੂੰ ਭੇਜਿਆ ਗਿਆ ਇਨਵੀਟੇਸ਼ਨ, ਦੱਸਾਂਗੇ ਕਿੰਨਾ ਰਿਹਾ ਘੱਟੋ-ਘੱਟ ਸਕੋਰ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵਿਕਟੋਰੀਆ ਵਿੱਚ ਬੇਘਰਾਂ ਦੀ ਮਦਦ ਲਈ ਖਰੀਦਿਆ ਇੱਕ ਹੋਰ ਮੋਟਲ, ਦੱਸਾਂਗੇ ਕਿੰਨੀ ਕੀਮਤ ਦੇ ਵਿੱਚ ਲਿਆ ਹੈ ਮੋਟਲ। ਕੁਕਟਲਮ 'ਚ ਇੱਕ ਘਰ ਵਿੱਚੋਂ ਛਾਪੇਮਾਰੀ ਕਰਕੇ ਪੁਲਿਸ ਨੇ ਕੀਤੀਆਂ ਗ੍ਰਿਫਤਾਰੀਆਂ ਤਾਂ ਨਾਲ ਹੀ ਜਾਲੀ ID ਕਾਰਡਸ ਤੇ ਨਾਲ ID ਕਾਰਡ ਬਣਾਉਣ ਦੀਆਂ ਮਸ਼ੀਨਾਂ ਕੀਤੀਆਂ ਜ਼ਬਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।